the claim to paramountcy. It is clear from the above that the early 19th century the company pursued an aggressive policy of territorial expansion. ਮਤਲਬ ਆਪਾਂ ਨੂੰ ਪਤਾ ਲੱਗਦਾ ਹੈ ਨਾ ਕਿ ਕੰਪਨੀ ਨੇ ਕਿਹੜੀਆਂ ਕਿਹੜੀਆਂ ਪੋਲਿਸੀਜ਼ ਲਾਗੂ ਕਰਕੇ ਜਾਂ ਮਤਲਬ ਫੋਲੋ ਕਰਕੇ ਹੈ ਨਾ ਆਪਣਾ ਜਿਹੜਾ ਟੈਰੀਟੋਰੀਅਲ ਮਤਲਬ ਆਪਣਾ ਐਕਸਪੈਂਡ ਕਰ ਲਿਆ ਹੈ ਨਾ ਆਪਣੀ ਕੰਪਨੀ ਦੇ ਰਾਜ ਨੂੰ। ਅੰਡਰ ਲਾਰਡ ਹਾਸਟਿੰਗਸ ਅ ਨਿਊ ਪੋਲਿਸੀ ਆਫ ਪੈਰਾਮਾਊਂਟਸੀ ਵਾਜ਼ ਇਨੀਸ਼ੀਏਟਡ। ਲਾਰਡ ਹਾਸਟਿੰਗਸ ਜਿਹੜੇ ਗਵਰਨਰ ਜਨਰਲ ਸੀ 1813 ਤੋਂ 1823 ਤੱਕ, ਉਹਨਾਂ ਦੇ ਅੰਡਰ ਇੱਕ ਨਿਊ ਪੈਰਾਮਾਊਂਟਸੀ ਦੀ ਪੋਲਿਸੀ ਇਨੀਸ਼ੀਏਟ ਕੀਤੀ ਗਈ, ਲਾਗੂ ਕੀਤੀ ਗਈ। Now the company claimed that its authority was paramount or supreme, hence its power was greater than that of Indian states. ਮਤਲਬ ਕਿ ਕੰਪਨੀ ਦੀ ਜਿਹੜੀ ਪਾਵਰ ਹੈ, ਅਥੋਰਿਟੀ ਹੈ, ਉਹ ਇੰਡੀਅਨ ਪਾਵਰ ਦੇ ਨਾਲੋਂ ਵੱਡੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਪਾਵਰ ਸੀ ਉਹ ਇੰਡੀਅਨ ਸਟੇਟਸ ਦੇ ਨਾਲੋਂ ਜ਼ਿਆਦਾ ਵੱਡੀ ਹੈ। In order to protect its interest, it was justified in annexing or threatening to annex any kingdom, any Indian kingdom. ਮਤਲਬ ਆਪਣੇ ਜਿਹੜੇ ਇੰਟਰਸਟਸ ਨੂੰ ਸੇਫ ਰੱਖਣ ਦੇ ਲਈ ਠੀਕ ਹੈ ਕੰਪਨੀ ਕਿਸੇ ਵੀ ਇੰਡੀਅਨ ਟੈਰੀਟਰੀ ਦੇ ਉੱਤੇ ਕਬਜ਼ਾ ਕਰ ਸਕਦੀ ਹੈ। ਦਿਸ ਵਿਊ ਕੰਟੀਨਿਊ ਟੂ ਗਾਈਡ ਲੇਟਰ ਬ੍ਰਿਟਿਸ਼ ਪੋਲਿਸੀਜ਼ ਐਜ਼ ਵੈਲ। ਹੁਣ ਇਹਦੇ ਨਾਲ ਨਾਲ ਉਹ ਇਸ ਪੋਲਿਸੀ ਦੇ ਅੰਡਰ ਹੋਰ ਜ਼ਿਆਦਾ ਪੋਲਿਸੀਜ਼ ਵੀ ਇਨੀਸ਼ੀਏਟ ਕਰੀ ਗਈ। ਦਿਸ ਪ੍ਰੋਸੈਸ ਹਾਊਐਵਰ ਡਿਡ ਨਾਟ ਗੋ ਅਨਚੈਲੰਜਡ। ਫੋਰ ਐਗਜ਼ਾਮਪਲ ਵੈਨ ਦਾ British tried to annex the small state of Kittur in Karnataka today, Rani Channamma took to arms and led an anti-British resistance movement. ਮਤਲਬ ਕਿ ਇਹ ਵੀ ਜਿਹੜਾ ਉਹਨਾਂ ਦਾ ਪੋਲਿਸੀ ਉਹਨਾਂ ਨੇ ਲਾਗੂ ਕੀਤੀ ਸੀ ਇਹਨੂੰ ਵੀ ਚੈਲੰਜ ਕੀਤਾ ਹੈ ਨਾ ਲੋਕਾਂ ਨੇ। ਮਤਲਬ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸੀ ਇਹਨਾਂ ਨੇ, ਜਿਹੜਾ ਕਿ ਅੱਜ ਕਰਨਾਟਕਾ ਦੇ ਵਿੱਚ ਹੈ ਕਿਟੂਰ ਜਗ੍ਹਾ, ਉੱਥੋਂ ਦੀ ਰਾਣੀ ਦਾ ਜਿਹੜਾ ਟੈਰੀਟਰੀ ਸੀ ਉਹਨਾਂ ਨੇ ਅਨੈਕਸ ਕਰਨ ਦੀ ਕੋਸ਼ਿਸ਼ ਕੀਤੀ। ਉਹ ਰਾਣੀ ਨੇ ਕਨਫਲਿਕਟ ਕੀਤਾ, ਵਾਰ ਕੀਤੀ ਠੀਕ ਹੈ ਇਹਨਾਂ ਦੇ ਨਾਲ। ਸ਼ੀ ਵਾਜ਼ ਅਰੈਸਟਡ ਇਨ 1824 ਐਂਡ ਡਾਈਡ ਇਨ ਪ੍ਰਿਜ਼ਨ ਇਨ 1829। ਉਸ ਨੂੰ ਇਹਨਾਂ ਨੇ ਅਰੈਸਟ ਕਰ ਲਿਆ 1854 ਦੇ ਵਿੱਚ ਅਤੇ ਉਹ ਜੇਲ੍ਹ ਦੇ ਵਿੱਚ ਉਸ ਦੀ ਮੌਤ ਹੋ ਗਈ 1829 ਦੇ ਵਿੱਚ। ਬਟ ਰਾਇਆਣਾ ਅ ਪੂਅਰ ਚੌਕੀਦਾਰ ਆਫ ਸੰਗੋਲੀ ਇਨ ਕਿਤੂਰ ਕੈਰਿਡ ਔਨ ਦਾ ਰੈਜ਼ਿਸਟੈਂਸ। ਮਤਲਬ ਪਰ ਕਹਿੰਦੇ ਰਾਇਆਣਾ ਜਿਹੜਾ ਚੌਕੀਦਾਰ ਸੀ ਸੰਗੋਲੀ ਦਾ ਕਿਤੂਰ ਦੇ ਵਿੱਚ, ਉਸ ਨੇ ਮਤਲਬ ਆਪਣਾ ਜਿਹੜਾ ਰਾਜ ਭਾਗ ਸੀ ਰੈਜ਼ਿਸਟੈਂਸ ਮਤਲਬ ਕੈਰੀ ਔਨ ਰੱਖਿਆ। ਵਿਦ ਪੋਪੂਲਰ ਸਪੋਰਟ ਹੀ ਡਿਸਟਰੋਇਡ ਮੈਨੀ ਬ੍ਰਿਟਿਸ਼ ਕੈਂਪਸ ਐਂਡ ਰਿਕਾਰਡਸ। ਮਤਲਬ ਪੋਪੂਲਰ ਸਪੋਰਟ ਮਸ਼ਹੂਰ ਰਾਜਿਆਂ ਦੀ ਸਪੋਰਟ ਦੇ ਨਾਲ ਠੀਕ ਹੈ, ਉਸ ਸਮੇਂ ਮਜ਼ਬੂਤ ਰਾਜੇ ਹੋਣਗੇ ਉਹਨਾਂ ਦੀ ਸਪੋਰਟ ਦੇ ਨਾਲ ਉਹਨੇ ਕਈ ਬ੍ਰਿਟਿਸ਼ ਕੈਂਪਸ ਨੂੰ ਅਤੇ ਰਿਕਾਰਡਸ ਨੂੰ ਮਤਲਬ ਕਿ ਤਬਾਹ ਕਰਤਾ, ਜਿੱਤ ਲਿਆ ਹੈ ਨਾ। ਉਹਨਾਂ ਦੇ ਨਾਲ ਬਹੁਤ ਜ਼ਿਆਦਾ ਵਾਰਸ ਹੋਈਆਂ ਅਤੇ ਜਿਸ ਨੂੰ ਉਹਨਾਂ ਨੇ ਕਾਇਮ ਰੱਖਿਆ ਠੀਕ ਹੈ, ਆਪਣੀ ਲੜਾਈ ਜਾਰੀ ਰੱਖੀ। ਹੀ ਵਾਜ਼ ਕੌਟ ਐਂਡ ਹੈਂਗਡ ਬਾਈ ਬ੍ਰਿਟਿਸ਼ ਇਨ 1830। ਉਸ ਨੂੰ ਰਾਜਿਆਂ ਨੇ 1830 ਦੇ ਵਿੱਚ ਫੜ ਲਿਆ ਅਤੇ ਫਾਂਸੀ ਦੇ ਦਿੱਤੀ ਗਈ। ਯੂ ਵਿਲ ਰੀਡ ਮੋਰ ਅਬਾਊਟ ਇਹ ਚੀਜ਼ਾਂ ਬਾਰੇ ਆਪਾਂ ਹੋਰ ਵੀ ਪੜ੍ਹਾਂਗੇ ਹੈ ਨਾ ਇਹੀ ਬੁੱਕ ਦੇ ਵਿੱਚ ਅੱਗੇ। ਇਨ ਦਾ ਲੇਟ 1830s ਦਾ ਈਸਟ ਇੰਡੀਆ ਕੰਪਨੀ ਬਿਕੇਮ ਵਰਿਡ ਅਬਾਊਟ ਰਸ਼ੀਆ। ਹੁਣ 1830s ਤੋਂ ਬਾਅਦ ਰਸ਼ੀਆ ਤੋਂ ਡਰਨ ਲੱਗ ਗਈ ਠੀਕ ਹੈ ਈਸਟ ਇੰਡੀਆ ਕੰਪਨੀ ਸੀ ਜਿਹੜੀ। ਇਟ ਇਮੈਜਿਨਡ ਦੈਟ ਰਸ਼ੀਆ ਮਾਈਟ ਐਕਸਪੈਂਡ ਅਕਰੋਸ ਏਸ਼ੀਆ ਐਂਡ ਐਂਟਰ ਇੰਡੀਆ ਫਰੋਮ ਦਾ ਨੌਰਥ ਵੈਸਟ। ਹੁਣ ਡਰ ਸੀਗਾ ਉਹਨਾਂ ਨੂੰ ਕਿ ਰਸ਼ੀਆ ਵੀ ਐਕਸਪੈਂਡ ਹੋ ਰਿਹਾ ਠੀਕ ਹੈ ਅਕਰੋਸ ਏਸ਼ੀਆ ਦੇ ਅਕਰੋਸ, ਅਤੇ ਉਹ ਇੰਡੀਆ ਨੂੰ ਐਂਟਰ ਕਰ ਜੂਗਾ ਨੌਰਥ ਵੈਸਟ ਮਤਲਬ ਕਿ ਅੱਜ ਦੇ ਪੰਜਾਬ ਤੋਂ ਠੀਕ ਹੈ, ਉਸ ਸਾਈਡ ਤੋਂ ਇੰਡੀਆ ਨੂੰ ਐਂਟਰ ਕਰ ਜੂਗਾ। ਡਰਿਵਨ ਬਾਈ ਦਿਸ ਫੀਅਰ ਦਾ ਬ੍ਰਿਟਿਸ਼ ਨਾਓ ਵਾਂਟਡ ਟੂ ਸਿਕਿਉਰ ਦੇਅਰ ਕੰਟਰੋਲ ਓਵਰ ਨੌਰਥ ਵੈਸਟ। ਹੁਣ ਇਸ ਡਰ ਤੋਂ ਉਹਨਾਂ ਨੇ ਮਤਲਬ ਆਪਣਾ ਕੰਟਰੋਲ ਕਰਨਾ ਸ਼ੁਰੂ ਕਰਤਾ ਨੌਰਥ ਵੈਸਟ ਏਰੀਏ ਦੇ ਕੋਲ। ਦੇ ਫੌਟ ਅ ਪ੍ਰੋਲੋਂਗਡ ਵਾਰ ਵਿਦ ਅਫਗਾਨਿਸਤਾਨ ਬਿਟਵੀਨ 1838 ਐਂਡ 1842 ਐਂਡ ਐਸਟੈਬਲਿਸ਼ਡ ਇਨਡਾਇਰੈਕਟ ਕੰਪਨੀ ਰੂਲ ਦੇਅਰ। ਅਫਗਾਨਿਸਤਾਨ ਦੇ ਨਾਲ ਲੜੇ ਠੀਕ ਹੈ ਉਹ 1838 ਤੋਂ 1842 ਤੱਕ, ਅਤੇ ਉਹਨਾਂ ਨੇ ਆਪਣਾ ਰੂਲ ਉੱਥੇ ਇਨਡਾਇਰੈਕਟ ਰੂਲ ਐਸਟੈਬਲਿਸ਼ ਕਰ ਲਿਆ। ਸਿੰਧ ਵਾਜ਼ ਟੇਕਨ ਓਵਰ ਇਨ 1843। ਸਿੰਧ ਦੇ ਉੱਤੇ ਕਬਜ਼ਾ ਕਰ ਲਿਆ 1843 ਦੇ ਵਿੱਚ। ਨੈਕਸਟ ਇਨ ਲਾਈਨ ਵਾਜ਼ ਪੰਜਾਬ ਬਟ ਦਾ ਪ੍ਰੈਜ਼ੈਂਸ ਆਫ ਮਹਾਰਾਜਾ ਰਣਜੀਤ ਸਿੰਘ ਹੈਲਡ ਬੈਕ ਦਾ ਕੰਪਨੀ। ਪਰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜਿੰਨਾ ਚਿਰ ਪ੍ਰੈਜ਼ੈਂਟ ਰਹੇ ਉਹਨਾਂ ਨੇ ਕੰਪਨੀ ਨੂੰ ਉੱਥੇ ਦਬਦਬਾ ਅਪਣਾਉਣ ਨਹੀਂ ਦਿੱਤਾ। ਆਫਟਰ ਹਿਸ ਡੈਥ ਇਨ 1839 ਟੂ ਪ੍ਰੋਲੋਂਗਡ ਵਾਰਸ ਵਰ ਫੌਟ ਵਿਦ ਦਾ ਸਿੱਖ ਕਿੰਗਡਮ। ਅਲਟੀਮੇਟਲੀ ਇਨ 1849 ਪੰਜਾਬ ਵਾਜ਼ ਅਨੈਕਸਡ। ਦੋ ਵੱਡੀਆਂ ਲੜਾਈਆਂ ਲੜੀਆਂ ਉਹਨਾਂ ਦੀ ਮੌਤ ਤੋਂ ਬਾਅਦ ਠੀਕ ਹੈ ਸਿੱਖ ਕਿੰਗਡਮ ਦੇ ਨਾਲ। ਪਰ ਕਹਿੰਦੇ 1849 ਦੇ ਵਿੱਚ ਪੰਜਾਬ ਦੇ ਉੱਤੇ ਵੀ ਆਪਣੇ ਈਸਟ ਇੰਡੀਆ ਕੰਪਨੀ ਦਾ ਕਬਜ਼ਾ ਹੋ ਗਿਆ ਠੀਕ ਹੈ। ਡਾਕਟਰਿਨ ਆਫ ਲੈਪਸ ਬਾਰੇ ਬੱਚੇ ਆਪਾਂ ਪੜ੍ਹਾਂਗੇ। ਦਾ ਫਾਈਨਲ ਵੇਵ ਆਫ ਅਨੈਕਸੇਸ਼ਨਸ ਅਕਰਡ ਅੰਡਰ ਲਾਰਡ ਡਲਹੌਜ਼ੀ ਹੂ ਵਾਜ਼ ਗਵਰਨਰ ਜਨਰਲ ਫਰੋਮ 1848 ਟੂ 1856। ਫਾਈਨਲ ਵੇਵ ਮਤਲਬ ਕਿ ਫਾਈਨਲ ਉਹਨਾਂ ਨੇ ਐਂਡ ਦੇ ਵਿੱਚ ਕਿਹੜੇ ਕਿਹੜੇ ਰਾਜਾਂ ਦੇ ਉੱਤੇ ਕਬਜ਼ਾ ਕੀਤਾ ਲਾਰਡ ਡਲਹੌਜ਼ੀ ਦੇ ਅੰਡਰ, ਇਹ ਆਪਾਂ ਪੜ੍ਹਦੇ ਹਾਂ ਜਿਹੜਾ ਕਿ ਗਵਰਨਰ ਜਨਰਲ ਸੀ 1848 ਤੋਂ ਲੈ ਕੇ 56 ਤੱਕ। ਹੀ ਡਿਵਾਈਜ਼ਡ ਅ ਪੋਲਿਸੀ ਦੈਟ ਕੇਮ ਟੂ ਬੀ ਨੋਨ ਐਜ਼ ਡਾਕਟਰਿਨ ਆਫ ਲੈਪਸ। ਡਾਕਟਰਿਨ ਆਫ ਲੈਪਸ ਬੇਸਿਕਲੀ ਕੀ ਸੀਗਾ, ਮੰਨ ਲਓ ਕੋਈ ਰਾਜਾ ਸੀਗਾ, ਜੇਕਰ ਉਹਦੇ ਕੋਈ ਔਲਾਦ ਨਹੀਂ ਸੀ ਠੀਕ ਹੈ, ਮਤਲਬ ਕਿ ਜੇ ਤਾਂ ਬੇਟੀ ਪੈਦਾ ਹੁੰਦੀ ਹੈ ਫਿਰ ਵੀ, ਜੇਕਰ ਕੋਈ ਔਲਾਦ ਨਹੀਂ ਹੁੰਦੀ ਤਾਂ ਵੀ ਠੀਕ ਹੈ, ਉਹ ਜਿਹੜੀ ਕਿੰਗਡਮ ਸੀ ਜਾਂ ਟੈਰੀਟਰੀ ਸੀ ਉਹ ਡਾਇਰੈਕਟਲੀ ਕਿਹਦੇ ਅੰਡਰ ਆਉਂਦੀ ਸੀ ਈਸਟ ਇੰਡੀਆ ਕੰਪਨੀ ਦੇ ਠੀਕ ਹੈ।
वन किंगडम आफ्टर अनदर वाज एनेक्स्ड सिंपली बाय अप्लाइंग दिस डॉक्ट्रिन। मतलब एक तो लैके एक तो बाद एक फिर वो इन्नियां मतलब आ सारियां सतारा, संबलपुर, उदयपुर, नागपुर एंड झांसी, ये सारियां चीज़ां उन्होंने डॉक्ट्रिन ऑफ स्लैब्स लगा के अपने अंडर कर लिया। फाइनली इन 1856 द कंपनी ऑल्सो टुक ओवर अवध। दिस टाइम द ब्रिटिश हैड एन एडिड आर्गूमेंट। 1856 ਦੇ ਵਿੱਚ ਉਹਨਾਂ ਨੇ ਅਵਧ ਦੇ ਉੱਤੇ ਵੀ ਕਬਜ਼ਾ ਕਰ ਲਿਆ, ਠੀਕ ਹੈ। ਇੱਕ ਹੋਰ ਆਰਗੂਮੈਂਟ ਉਹਨਾਂ ਨੇ ਐਡ ਕੀਤੀ ਇਸ ਦੇ ਨਾਲ, ਦੇ ਸੈਡ ਦੇ ਵਰ ਓਬਲੀਗਡ ਬਾਈ ਡਿਊਟੀ ਟੂ ਟੇਕ ਓਵਰ ਅਵਧ ਇਨ ਆਰਡਰ ਟੂ ਫਰੀ ਦਾ ਪੀਪਲ ਫਰੋਮ ਦਾ ਮਿਸਗਵਰਨਮੈਂਟ ਆਫ ਦਾ ਨਵਾਬ। ਮਤਲਬ ਉਹਨਾਂ ਨੇ ਜਿਹੜਾ ਅਵਧ ਦਾ ਰਾਜਾ ਸੀਗਾ, ਠੀਕ ਹੈ, ਉਸ ਨੂੰ ਲੋਕਾਂ ਦੇ ਉੱਤੇ ਰਾਜ ਕਰਨਾ ਨਹੀਂ ਆਉਂਦਾ, ਉਹਨਾਂ ਨੂੰ ਫਰੀ ਕਰਨ ਦੇ ਲਈ ਉਹਨਾਂ ਨੇ ਮਤਲਬ ਲੜਾਈ ਲੜੀ ਹੈ ਨਾ, ਮਿਸਗਵਰਨਮੈਂਟ ਉਹਨਾਂ ਨੂੰ ਤਾਂ ਹੀ ਕਿਹਾ ਗਿਆ। and raised by the humiliating way in which the Nawab was deposed, the people of Awadh joined the great revolt that broke out in 57। ਮਤਲਬ ਜਦੋਂ ਹੈ ਨਾ ਅਵਧ ਦੇ ਰਾਜੇ ਨੂੰ ਹਟਾਇਆ ਗਿਆ ਹੈ ਨਾ ਰਾਜ ਤੋਂ, ਤਾਂ ਲੋਕਾਂ ਨੇ ਵਿਦਰੋਹ ਸਟਾਰਟ ਕਰਤਾ, ਜਿਹੜਾ ਕਿ ਰਿਵੋਲਟ ਐਜ਼ ਅ ਰਿਵੋਲਟ ਦੇ ਰੂਪ ਦੇ ਵਿੱਚ ਬਹੁਤ ਵੱਡਾ ਵਿਰੋਧ ਕੀਤਾ ਲੋਕਾਂ ਨੇ ਬਹੁਤ ਵੱਡੇ ਲੈਵਲ 'ਤੇ, ਜਿਹੜਾ ਕਿ ਬਰੋਕ ਆਊਟ ਹੋਇਆ 1857 ਦੇ ਵਿੱਚ ਸਟਾਰਟ ਹੋਇਆ, ਠੀਕ ਹੈ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਸੈਟਿੰਗ ਅਪ ਆ ਨਿਊ ਐਡਮਿਨਿਸਟ੍ਰੇਸ਼ਨ। ਵੈਰਨ ਹੈਸਟਿੰਗਸ ਗਵਰਨਰ ਜਨਰਲ ਫਰੋਮ 1773 to 1785 was one of the many important figures who played a significant role in the expansion of company power। ਮਤਲਬ ਇੰਪੋਰਟੈਂਟ ਜਨਰਲ ਸੀ ਹੈ ਨਾ ਈਸਟ ਇੰਡੀਆ ਕੰਪਨੀ ਦਾ। ਬਾਈ ਹਿਸ ਟਾਈਮ ਦਾ ਕੰਪਨੀ ਹੈਡ ਐਕਵਾਇਰਡ ਪਾਵਰ ਨਾਟ ਓਨਲੀ ਇਨ ਬੰਗਾਲ ਬਟ ਆਲਸੋ ਇਨ ਬੰਬੇ ਐਂਡ ਮਦਰਾਸ। ਉਸ ਦੇ ਮਤਲਬ ਜਦੋਂ ਉਹ ਗਵਰਨਰ ਜਨਰਲ ਸੀਗਾ, ਕੰਪਨੀ ਨੇ ਪਾਵਰ ਕਿੱਥੇ ਕਿੱਥੇ ਐਕਵਾਇਰ ਕੀਤੀ, ਬੰਗਾਲ ਦੇ ਵਿੱਚ ਹੀ ਨਹੀਂ, ਬੰਬੇ ਅਤੇ ਮਦਰਾਸ ਵਾਲੀ ਸਾਈਡ ਵੀ। ਬ੍ਰਿਟਿਸ਼ ਟੈਰੀਟਰੀਜ਼ ਵਰ ਬਰੋਡਲੀ ਡਿਵਾਈਡਡ ਇਨਟੂ ਐਡਮਿਨਿਸਟ੍ਰੇਟਿਵ ਯੂਨਿਟਸ। ਬ੍ਰਿਟਿਸ਼ ਜਿਹੜੀਆਂ ਟੈਰੀਟਰੀ ਸੀ, ਠੀਕ ਹੈ, ਉਹਨਾਂ ਨੂੰ ਡਿਵਾਈਡ ਕਰਤਾ ਐਡਮਿਨਿਸਟ੍ਰੇਟਿਵ ਯੂਨਿਟਸ ਦੇ ਵਿੱਚ, ਮਤਲਬ ਛੋਟੀਆਂ ਛੋਟੀਆਂ ਪ੍ਰੈਜ਼ੀਡੈਂਸੀਜ਼ ਬਣਾ ਲਈਆਂ, ਠੀਕ ਹੈ, ਜਿੱਦਾਂ ਇੰਡੀਆ ਦੀਆਂ ਸਟੇਟਸ ਸੀਗੀਆਂ, ਈਸਟ ਇੰਡੀਆ ਕੰਪਨੀ ਨੇ ਪ੍ਰੈਜ਼ੀਡੈਂਸੀਜ਼ ਦੇ ਵਿੱਚ ਡਿਵਾਈਡ ਕਰ ਲਿਆ ਆਪਣੀ ਜਿਹੜੀ ਪਾਵਰ ਸੀ। ਦੇਅਰ ਵਰ 3 ਪ੍ਰੈਜ਼ੀਡੈਂਸੀਜ਼ ਬੰਗਾਲ, ਮਦਰਾਸ ਐਂਡ ਬੰਬੇ। 3 ਪ੍ਰੈਜ਼ੀਡੈਂਸੀਜ਼ ਬਣਾਈਆਂ ਗਈਆਂ, ਬੰਗਾਲ, ਮਦਰਾਸ ਅਤੇ ਬੰਬੇ। ਈਚ ਵਾਜ਼ ਰੂਲਡ ਬਾਈ ਅ ਗਵਰਨਰ। ਮਤਲਬ ਹਰ ਇੱਕ ਨੂੰ ਇੱਕ ਗਵਰਨਰ ਅਪੋਇੰਟ ਕਰਤਾ ਜਿਹੜਾ ਰੂਲ ਕਰ ਰਿਹਾ ਸੀ। ਦਾ ਸੁਪਰੀਮ ਹੈੱਡ ਆਫ ਦਾ ਐਡਮਿਨਿਸਟ੍ਰੇਸ਼ਨ ਵਾਸ ਦਾ ਗਵਰਨਰ ਜਨਰਲ। ਸੁਪਰੀਮ ਹੈੱਡ ਕੌਣ ਬਣਾਤਾ? ਗਵਰਨਰ ਜਨਰਲ। ਵੈਰਨ ਹਾਸਟਿੰਗ ਦਾ ਫਸਟ ਗਵਰਨਰ ਜਨਰਲ ਇੰਟਰੋਡਿਊਸਡ ਸੈਵਰਲ ਐਡਮਿਨਿਸਟ੍ਰੇਟਿਵ ਰਿਫਾਰਮਸ ਨੋਟੇਬਲੀ ਇਨ ਦਾ ਸਫੀਅਰ ਆਫ ਜਸਟਿਸ। ਉਹਨੇ ਮਤਲਬ ਵੱਖ ਐਡਮਿਨਿਸਟ੍ਰੇਟਿਵ ਰਿਫਾਰਮਸ ਇੰਟਰੋਡਿਊਸ ਕੀਤੇ, ਠੀਕ ਹੈ। ਫਰੋਮ 1772 ਅ ਨਿਊ ਸਿਸਟਮ ਆਫ ਜਸਟਿਸ ਵਾਸ ਐਸਟੈਬਲਿਸ਼ਡ। ਮਤਲਬ ਇਨਸਾਫ ਦਾ ਇੱਕ ਨਵਾਂ ਸਿਸਟਮ ਲਾਗੂ ਕੀਤਾ ਗਿਆ ਹੈ ਨਾ ਈਸਟ ਇੰਡੀਆ ਕੰਪਨੀ ਦੁਆਰਾ 1772 ਦੇ ਵਿੱਚ। ਈਚ ਡਿਸਟ੍ਰਿਕਟ ਵਾਜ਼ ਟੂ ਹੈਵ 2 ਕੋਰਟਸ, ਕ੍ਰਿਮੀਨਲ ਕੋਰਟ ਐਂਡ ਸਿਵਲ ਕੋਰਟ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਜਾਂ ਮਤਲਬ ਆਪਣੀ ਹਿੰਦੀ ਦੇ ਵਿੱਚ ਕੀ ਕਹਿੰਦੇ ਸੀ, ਫੌਜਦਾਰੀ ਅਦਾਲਤ, ਦੀਵਾਨੀ ਅਦਾਲਤ, ਠੀਕ ਹੈ। ਇਹ 2 ਕੋਰਟਸ ਐਸਟੈਬਲਿਸ਼ ਕੀਤੇ ਗਏ। ਮੌਲਵੀਸ ਐਂਡ ਹਿੰਦੂ ਪੰਡਿਤਸ ਇੰਟਰਪ੍ਰੈਟਡ ਇੰਡੀਅਨ ਲਾਜ਼ ਫॉर ਦ ਯੂਰੋਪੀਅਨ ਡਿਸਟ੍ਰਿਕਟ ਕਲੈਕਟਰਸ ਹੂ ਪ੍ਰੀਸਾਈਡਡ ਓਵਰ ਸਿਵਲ ਕੋਰਟਸ। ਮੌਲਵੀਸ ਤੇ ਉਹਨਾਂ ਨੇ ਇੰਟਰਪ੍ਰੈਟ ਕੀਤੇ, ਠੀਕ ਹੈ, ਇੰਡੀਅਨ ਲਾਜ਼ ਦੇ ਵਿੱਚ ਚੇਂਜਸ ਕੀਤੇ ਯੂਰੋਪੀਅਨ ਡਿਸਟ੍ਰਿਕਟ ਕਲੈਕਟਰਸ ਦੇ ਲਈ, ਜਿਹੜੇ ਕਿ ਸਿਵਲ ਕੋਰਟਸ ਦੇ ਵਿੱਚ ਲਾਗੂ ਕੀਤੇ ਗਏ। ਦਾ ਕ੍ਰਿਮੀਨਲ ਕੋਰਟਸ ਵਰ ਸਟਿਲ ਅੰਡਰ ਅ ਕਾਜ਼ੀ ਐਂਡ ਅ ਮੁਫਤੀ ਬਟ ਅੰਡਰ ਦਾ ਸੁਪਰਵਿਜ਼ਨ ਆਫ ਦਾ ਕਲੈਕਟਰ। ਕ੍ਰਿਮੀਨਲ ਕੋਰਟਸ ਨੂੰ ਹਾਲੇ ਵੀ ਕਾਜੀ ਅਤੇ ਮੁਫਤੀ ਦੇ ਅੰਡਰ ਰੱਖਿਆ ਗਿਆ, ਠੀਕ ਹੈ, ਪਰ ਕਹਿੰਦੇ ਉਹਨਾਂ ਦੇ ਸੁਪਰਵਿਜ਼ਨ ਕੌਣ ਕਰਦਾ ਸੀਗਾ? ਕਲੈਕਟਰ ਕਰਦੇ ਸੀ, ਜਿਹੜੇ ਕਿ ਈਸਟ ਇੰਡੀਆ ਕੰਪਨੀ ਦੁਆਰਾ ਅਪੋਇੰਟ ਕੀਤੇ ਗਏ ਸੀ। A major problem was that the Brahman Pandits gave different interpretations of local laws based on different schools of ਧਰਮ ਸ਼ਾਸਤਰ। ਮੇਜਰ ਪ੍ਰੋਬਲਮ ਕੀ ਸੀ? ਠੀਕ ਹੈ, ਬ੍ਰਾਹਮਣ ਪੰਡਿਤ ਹੁੰਦੇ ਸੀ ਜਿਹੜੇ ਉਹ ਆਪਣੇ ਮੁਤਾਬਕ ਚੇਂਜ ਕਰਕੇ ਲੋਕਲ ਲਾਜ਼ ਨੂੰ ਦੱਸਦੇ ਸੀ ਡਿਫਰੈਂਟ, ਮਤਲਬ ਧਰਮ ਸ਼ਾਸਤਰ ਦੇ ਅਕੋਰਡਿੰਗ, ਠੀਕ ਹੈ, ਉਹ ਚੇਂਜ ਕਰ ਦਿੰਦੇ ਸੀ ਆਪਣੇ ਜਿਹੜੇ ਲਾਜ਼ ਹੁੰਦੇ ਸੀ। ਟੂ ਬ੍ਰਿੰਗ ਅਬਾਊਟ ਯੂਨੀਫਾਰਮਿਟੀ ਇਨ 1775। ਯੂਨੀਫਾਰਮਿਟੀ ਮਤਲਬ ਉਹਨਾਂ ਦੇ ਵਿੱਚ ਕੋਈ ਚੇਂਜ ਨਾ ਕਰ ਸਕੇ, ਜਾਂ ਉਹਨਾਂ ਦੇ ਮਤਲਬ ਕੋਈ ਝੂਠ ਨਾ ਉਹਨਾਂ ਨੂੰ ਪੇਸ਼ ਕਰ ਸਕੇ, ਠੀਕ ਹੈ, ਉਸ ਦੇ ਲਈ ਕੀ ਕੀਤਾ ਗਿਆ 1775 ਦੇ ਵਿੱਚ। 11 ਪੰਡਿਤਸ ਵਰ ਆਸਕਡ ਟੂ ਕੰਪਾਈਲ ਅ ਡਾਈਜੈਸਟ ਆਫ ਹਿੰਦੂ ਲਾਜ਼। 11 ਪੰਡਿਤ ਸੀ, ਠੀਕ ਹੈ, ਉਹਨਾਂ ਨੂੰ ਅਪੋਇੰਟ ਕੀਤਾ ਗਿਆ ਕਿ ਤੁਸੀਂ ਇੱਕ ਹਿੰਦੂ ਲਾਜ਼ ਦੀ ਇੱਕ ਮਤਲਬ ਕਿ ਕੰਪਾਈਲ ਕਰਕੇ ਇੱਕ ਚੀਜ਼ ਦੇ ਵਿੱਚ ਲਿਖੋ, ਠੀਕ ਹੈ। NB ਹਲ ਹੈਡ ਟਰਾਂਸਲੇਟਡ ਦਿਸ ਡਾਈਜੈਸਟ ਇਨਟੂ ਇੰਗਲਿਸ਼। NB ਹਲ ਹੈਡ ਕੋਈ ਪਰਸਨ ਹੋਣਾ, ਠੀਕ ਹੈ, ਈਸਟ ਇੰਡੀਆ ਕੰਪਨੀ ਦਾ, ਜਿਸ ਨੇ ਮਤਲਬ ਇਹ ਲਾਜ਼ ਨੂੰ ਜਿਹੜੇ ਸਾਰੇ ਇੰਗਲਿਸ਼ ਦੇ ਵਿੱਚ ਲਿਖੇ ਗਏ। ਬਾਈ 1778 ਅ ਕੋਡ ਆਫ ਮੁਸਲਿਮ ਲਾਜ਼ ਵਾਜ਼ ਆਲਸੋ ਕੰਪਾਈਲਡ ਫॉर ਦਾ ਬੈਨੀਫਿਟ ਆਫ ਯੂਰੋਪੀਅਨ ਜੱਜਿਸ। ਹੁਣ ਯੂਰੋਪੀਅਨ ਜੱਜਿਸ ਦੇ ਬੈਨੀਫਿਟ ਵਾਸਤੇ, ਠੀਕ ਹੈ, ਮੁਸਲਿਮ ਰੂਲ ਵੀ ਲਿਖੇ ਗਏ, ਠੀਕ ਹੈ, ਇੱਕ ਉਹਨਾਂ ਨੂੰ ਵੀ ਕੰਪਾਈਲ ਕੀਤਾ ਗਿਆ ਇੱਕ ਬੁੱਕ ਦੇ ਵਿੱਚ। Under the Regulating Act of 1773, a new Supreme Court was established while a Court of Appeal, the Sardar Nizamat Adalat, was also set up at Kolkata।
ਰੈਗੂਲੇਟਿੰਗ ਐਕਟ 1773 ਦਾ, ਠੀਕ ਹੈ, ਨਿਊ ਸੁਪਰੀਮ ਕੋਰਟ ਐਸਟੈਬਲਿਸ਼ ਕੀਤਾ ਗਿਆ ਉਹਦੇ ਅਕੋਰਡਿੰਗ। ਅਤੇ ਜਿਹੜਾ ਕੋਰਟ ਆਫ ਅਪੀਲ ਸੀਗਾ, ਸਦਰ ਨਿਜ਼ਾਮਤ ਅਦਾਲਤ, ਉਹਨੂੰ ਸੈਟਅਪ ਕਿੱਥੇ ਕੀਤਾ ਗਿਆ, ਕਲਕੱਤਾ ਦੇ ਵਿੱਚ। ਦਾ ਪ੍ਰਿੰਸੀਪਲ ਫਿਗਰ ਇਨ ਐਨ ਇੰਡੀਅਨ ਡਿਸਟ੍ਰਿਕਟ ਵਾਜ਼ ਦਾ ਕਲੈਕਟਰ। ਪ੍ਰਿੰਸੀਪਲ ਫਿਗਰ ਕੌਣ ਸੀ, ਕਲੈਕਟਰ, ਓਬਵੀਅਸਲੀ ਹੈ ਨਾ, ਜਿਹੜਾ ਈਸਟ ਇੰਡੀਆ ਕੰਪਨੀ ਨੇ ਅਪੋਇੰਟ ਕੀਤਾ ਹੋਊਗਾ ਉਹ ਸਾਰਿਆਂ ਤੋਂ ਉੱਤੇ ਹੋਊਗਾ। ਪ੍ਰਿੰਸੀਪਲ ਫਿਗਰ ਮਤਲਬ ਜਿਹੜਾ ਕਿ ਉਹਨਾਂ ਦੀ ਸੁਪਰਵਾਈਜ਼ ਕਰੂਗਾ, ਠੀਕ ਹੈ, ਸੁਪਰਵਿਜ਼ਨ ਕਰੂਗਾ। ਐਜ਼ ਦਾ ਟਾਈਟਲ ਸਜੈਸਟ ਦਾ ਹਿਜ਼ ਮੇਨ ਜੌਬ ਵਾਜ਼ ਟੂ ਕਲੈਕਟ ਰੈਵਨਿਊ ਐਂਡ ਟੈਕਸਿਸ ਐਂਡ ਮੇਨਟੇਨ ਲਾਅ ਐਂਡ ਆਰਡਰ ਇਨ ਹਿਜ਼ ਡਿਸਟ੍ਰਿਕਟ ਵਿਦ ਦਾ ਹੈਲਪ ਆਫ ਜੱਜਿਸ। ਜਿਵੇਂ ਕਹਿੰਦੇ ਆਪਾਂ ਟਾਈਟਲ ਤੋਂ, ਕਲੈਕਟਰ ਤੋਂ ਆਪਾਂ ਪਤਾ ਲੱਗਦਾ, ਠੀਕ ਹੈ, ਕਲੈਕਟ ਕੀ ਕਰੂਗਾ, ਉਹ ਰੈਵਨਿਊ ਕਰੂਗਾ, ਟੈਕਸ ਕਲੈਕਟ ਕਰੂਗਾ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੂਗਾ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ। ਜੱਜਿਸ ਦੀ ਹੈਲਪ ਕਰੂਗਾ, ਪੁਲਿਸ ਆਫਿਸਰ ਦੀ ਹੈਲਪ ਕਰੂਗਾ, ਠੀਕ ਹੈ, ਦਰੋਗਾਸ ਨੂੰ ਹੈਲਪ ਕਰੂਗਾ। ਦਰੋਗਾਸ ਮਤਲਬ ਪੁਲਿਸ ਇੰਸਪੈਕਟਰ ਹੋਊਗਾ ਜੋ ਵੀ। ਇਸ ਆਫਿਸ ਦਾ ਕਲੈਕਟਰੇਟ ਬਿਕੇਮ ਦਾ ਨਿਊ ਸੈਂਟਰ ਆਫ ਪਾਵਰ ਐਂਡ ਪੈਟਰੋਨੇਜ ਦੈਟ ਸਟੈਡਲੀ ਰਿਪਲੇਸਡ ਪ੍ਰੀਵੀਅਸ ਹੋਲਡਰਸ ਆਫ ਅਥੋਰਿਟੀ। ਮਤਲਬ ਉਹਦਾ ਆਫਿਸ ਕਲੈਕਟਰੇਟ ਜਿਹਦਾ ਨਾਮ ਹੋਊਗਾ ਦਾ ਕਲੈਕਟਰੇਟ, ਨਵਾਂ ਸੈਂਟਰ ਹੋਊਗਾ ਪਾਵਰ ਦਾ, ਠੀਕ ਹੈ। ਪੈਟਰੋਨੇਜ ਦੈਟ ਸਟੈਡਲੀ ਰਿਪਲੇਸਡ ਪ੍ਰੀਵੀਅਸ, ਮਤਲਬ ਜਿਹੜੀਆਂ ਪੁਰਾਣੀਆਂ ਅਥੋਰਿਟੀਜ਼ ਨੇ ਉਹਨਾਂ ਨੂੰ ਰਿਪਲੇਸ ਕਰਕੇ ਇੱਕ ਕਲੈਕਟਰ ਦਾ ਆਫਿਸ ਬਣਾਤਾ ਜਿਹਦਾ ਨਾਮ ਰੱਖਤਾ ਕਲੈਕਟਰੇਟ। ਦ ਕੰਪਨੀ ਆਰਮੀ, ਕਲੋਨੀਅਲ ਰੂਲ, ਮਤਲਬ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰ